माता के उदर में प्रतिपाल करे, सो क्यों मनो विसारिय। माता के उदर में प्रतिपाल करे, सो क्यों मनो विसारिय। मनो क्यों विसारिय ए वडदाता, जे अगन मह आहार पहुँचावै। ओसनो केह पोह न सकी, जिसनो अपनी लिव लावै। अपनी लिव आपे लाए, गुरमुख सदा संभालिए। कह नानक ए वरदाता, सो क्यों मनो विसारिए। अपनी लिव आपे लाए, गुरमुख सदा संभालिए। कह नानक ए वरदाता, सो क्यों मनो विसारिए। गुरु रूप गुरु प्यारी साध संगत जीओ, ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੋ। ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਪਾਵਨ ਇਲਾਹੀ ਰਸਨਾ ਤੋਂ ਉਚਾਰਨ ਹੋਈ ਪਾਵਨ ਬਾਣੀ ਆਨੰਦ ਸਾਹਿਬ ਦੀ 28 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਦਾਸ ਪਾਸੋਂ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਇਨਸਾਨ ਨੂੰ ਇੱਕ ਬੜੀ ਪਿਆਰੀ ਗੱਲ ਸਮਝਾਈ। ਸਤਿਗੁਰ ਨੇ ਕਿਹਾ, ਬੰਦੇ ਜਦੋਂ ਤੂੰ ਪੈਦਾ ਵੀ ਨਹੀਂ ਸੀ ਹੋਇਆ, ਪਰਮਾਤਮਾ ਨੇ ਉਦੋਂ ਵੀ ਮਾਂ ਦੇ ਗਰਭ ਦੇ ਵਿੱਚ, ਮਾਂ ਦੇ ਪੇਟ ਦੇ ਵਿੱਚ ਤੇਰੀ ਪਾਲਣਾ ਕੀਤੀ ਸੀ। ਬੱਚਾ ਮਾਂ ਅਤੇ ਬਾਪ ਦੇ ਸੰਜੋਗ ਤੋਂ ਬਣਦਾ ਹੈ, ਪਰ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਸ ਬੱਚੇ ਨੂੰ ਤਿਆਰ ਕਰਨ ਦੀ, ਬਣਾਉਣ ਦੀ ਮਾਂ ਦੀ ਕੁਦਰਤ ਨੇ ਲਾਈ ਹੈ। ਮਾਂ ਦੇ ਗਰਭ ਦੇ ਵਿੱਚ, ਮਾਂ ਦੇ ਅੰਦਰ ਉਹ ਬੱਚਾ ਜਿਹੜਾ 9 ਮਹੀਨੇ ਤੱਕ ਰਹਿੰਦਾ ਹੈ, ਜਿਹੜਾ ਕੁਦਰਤ ਨੇ ਟਾਈਮ ਮਿਥਿਆ, ਉਸ ਟਾਈਮ ਉਹ ਬੱਚਾ ਜੋ ਮਾਂ ਸਾਹ ਲੈਂਦੀ ਹੈ ਉਹਦੇ ਤੋਂ ਸਾਹ ਲੈਂਦਾ ਹੈ, ਜੋ ਮਾਂ ਖਾਂਦੀ ਹੈ ਉਹਦੇ ਤੋਂ ਉਹਦਾ ਰਸ ਬੱਚੇ ਤੱਕ ਪਹੁੰਚਦਾ ਹੈ। ਤੇ ਜਿਹੜੀ ਭੋਜਨ ਨੂੰ ਜਾਣ ਵਾਲੀ ਉਹਦੀ ਨਾੜ ਹੁੰਦੀ ਹੈ, ਉਹ ਕੁਦਰਤ ਵੇਖੋ ਕਿਹੜੇ ਤਰੀਕੇ ਨਾਲ ਪਰਮਾਤਮਾ ਉਹਦੇ ਅੰਦਰ ਮਾਂ ਦੇ ਜਿਹੜੀ ਉਹ ਭੋਜਨ ਵਾਲੀ ਜਿਹੜੀ ਜਗ੍ਹਾ ਹੁੰਦੀ ਹੈ ਉੱਥੇ ਕਨੈਕਟ ਕਰ ਦਿੰਦਾ। ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਤੇ ਇਹ ਕਿੱਦਾਂ ਬੰਦਾ ਸੋਚ ਕੇ ਹੈਰਾਨ ਹੁੰਦਾ ਵੀ ਕਿਆ ਕੁਦਰਤ ਹੈ ਪਰਮਾਤਮਾ ਦੀ, ਕਿੱਦਾਂ ਪਰਮਾਤਮਾ ਨੇ ਸਾਰੇ ਨਿਯਮ ਤਿਆਰ ਕੀਤੇ ਨੇ, ਕਿੱਦਾਂ ਸਾਰੇ ਅਸੂਲ ਘੜੇ ਨੇ। ਸਾਹਿਬ ਨੇ ਕਿਹਾ, ਤੂੰ ਜਿੱਥੇ ਰਹਿਣਾ ਨਾ ਉੱਥੇ ਘੁੱਪ ਹਨੇਰ ਹੈ, ਤੇ ਜਿਹੜੀ ਜਠਰ ਅਗਨੀ ਆਖਿਆ ਗਿਆ, ਮਾਂ ਦੇ ਗਰਭ ਦੀ ਜਿਹੜੀ ਅੱਗ ਹੁੰਦੀ ਹੈ ਉਹਨੂੰ ਜਠਰ ਅਗਨੀ ਦਾ ਨਾਮ ਦਿੱਤਾ ਗਿਆ। ਤੇ ਸਾਹਿਬ ਨੇ ਕਿਹਾ, ਮਾਤਾ ਕੇ ਉਦਰ ਮਹਿ, ਮਾਂ ਦੇ ਗਰਭ 'ਚ, ਮਾਂ ਦੇ ਪੇਟ ਵਿੱਚ ਪ੍ਰਤਪਾਲ ਕਰੇ, ਉੱਥੇ ਵੀ ਤੇਰੀ ਪਾਲਣਾ ਪਰਮਾਤਮਾ ਨੇ ਹੀ ਕੀਤੀ। ਉੱਥੇ ਵੀ ਤੈਨੂੰ ਰੱਬ ਨੇ ਹੀ ਪਾਲਿਆ। ਉਸ ਟਾਈਮ ਤੂੰ ਕੋਈ ਕੰਮ ਕਰਨ ਵਾਲਾ ਨਹੀਂ ਸੀ, ਬਹੁਤ ਛੋਟਾ ਜਿਹਾ ਸੀ, ਤੇ ਕੁਦਰਤ ਨੇ ਤੈਨੂੰ ਸ਼ਿੰਗਾਰਨ ਦੇ ਲਈ ਮਾਂ ਦੇ ਰਾਹੀਂ ਭੋਜਨ ਦਿੱਤਾ, ਮਾਂ ਦੇ ਰਾਹੀਂ ਸਵਾਸ ਦਿੱਤੇ, ਮਾਂ ਦੇ ਰਾਹੀਂ ਸਭ ਕੁਝ ਤੈਨੂੰ ਦਿੱਤਾ, ਮਾਂ ਦੇ ਰਾਹੀਂ ਤੈਨੂੰ ਤੰਦਰੁਸਤੀ ਦਿੱਤੀ, ਮਾਂ ਦੇ ਸਾਰੇ ਅੰਗਾਂ ਤੋਂ ਤੇਰੇ ਅੰਗ ਤਿਆਰ ਪਰਮਾਤਮਾ ਨੇ ਕਰਵਾਏ, ਮਾਂ ਤੋਂ ਇੱਕ ਨਵਾਂ ਸਰੀਰ ਬਣਿਆ। ਕੁਦਰਤ ਨੇ ਕਿਉਂ ਕੀਤਾ ਸਾਰਾ ਕੁਛ? ਇਹਨਾਂ ਤੈਨੂੰ ਬਣਾਇਆ ਤਾਂ ਕਿ ਤੂੰ ਦੁਨੀਆ ਦੇ ਵਿੱਚ ਆਵੇਂ, ਇਹ ਦੁਨੀਆ ਦੇ ਲਈ ਕੁਝ ਚੰਗਾ ਕਰੇ, ਇਹ ਸੰਸਾਰ ਲਈ ਕੁਝ ਚੰਗਾ ਕਰੇ। ਕੁਦਰਤ ਬਹੁਤ ਜ਼ਿਆਦਾ ਮਿਹਨਤ ਇੱਕ ਇੱਕ ਬੱਚੇ ਉੱਤੇ ਕਰਦੀ ਹੈ। ਤੈਨੂੰ ਬਚਾਉਣ ਦੇ ਲਈ, ਬਣਾਉਣ ਦੇ ਲਈ ਰਾਤ ਦਿਨ ਕੁਦਰਤ ਲੱਗੀ ਹੋਈ ਹੈ। ਤੇ ਉਸ ਕੁਦਰਤ ਨੇ ਪਰਮਾਤਮਾ ਦੇ ਹੁਕਮ ਨਾਲ ਤੇਰੀ ਪ੍ਰਤਪਾਲਨਾ ਕੀਤੀ, ਮਾਤਾ ਦੇ ਉਦਰ ਵਿੱਚ, ਮਾਂ ਦੀ ਗਰਭ ਦੇ ਵਿੱਚ। ਸੋ ਕਿਉਂ ਮਨੋਂ ਵਿਸਾਰੀਏ। ਜਦੋਂ ਤੂੰ ਬਣ ਕੇ ਬਾਹਰ ਆ ਗਿਆ ਹੁਣ ਸੰਸਾਰ 'ਚ, ਹੁਣ ਤੂੰ ਆਖੇ ਮੈਂ ਨਹੀਂ ਰੱਬ ਨੂੰ ਮੰਨਦਾ, ਮੈਂ ਨਹੀਂ ਪਰਮਾਤਮਾ ਨੂੰ ਮੰਨਦਾ, ਮੈਨੂੰ ਕੋਈ ਮਤਲਬ ਨਹੀਂ। ਨਾ ਤੂੰ ਕਿਸੇ ਦਾ ਦੁੱਖ ਦੇਖੇ, ਤੈਨੂੰ ਕੋਈ ਮਤਲਬ ਨਾ ਹੋਵੇ, ਨਾ ਤੂੰ ਦੁਨੀਆ ਲਈ ਕੋਈ ਚੰਗਾ ਕਰ ਪਾਵੇਂ, ਤੂੰ ਸਗੋਂ ਗੰਦ ਪਾਵੇਂ ਸੰਸਾਰ ਦੇ ਵਿੱਚ। ਜੇ ਇਹ ਜਿਹੜੀ ਕਾਇਨਾਤ ਨੂੰ ਰੱਬ ਨੇ ਬਣਾਇਆ, ਇਹਦੇ ਲਈ ਚੰਗਾ ਤਾਂ ਕੀ ਕਰਨਾ, ਮਾੜਾ ਹੀ ਕਰੀ ਜਾਏ। ਤਾਂ ਸਾਹਿਬ ਕਹਿੰਦੇ ਨੇ ਕਿ ਐ ਮੂਰਖ ਬੰਦੇ,
ਤੂੰ ਜੇ ਚੰਗਾ ਨਹੀਂ ਕਰਨ ਜੋਗਾ ਤੇ ਉਹਨੂੰ ਕਿਉਂ ਭੁਲਾਉਣਾ ਜਿਹਨੇ ਤੈਨੂੰ ਮਾਂ ਦੇ ਗਰਭ ਦੇ ਵਿੱਚ ਵੀ 9 ਮਹੀਨੇ ਰੱਖਿਆ, ਤੇਰੀ ਪਾਲਣਾ ਕੀਤੀ। ਮਨੋ ਕਿਉਂ ਵਸਾਰੀਆ ਏਵੜ ਦਾਤਾ, ਐਡਾ ਵੱਡਾ ਜਿਹੜਾ ਦਾਤਾ, ਐਡਾ ਵੱਡਾ ਦਾਤਾ ਜਿਹੜਾ ਤੈਨੂੰ ਹਰ ਇੱਕ ਜਗ੍ਹਾ ਤੇ ਤੇਰੀ ਰੱਖਿਆ ਕਰਦਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਜਿਹੜਾ ਮਾਂ ਦੇ ਗਰਭ ਦੇ ਵਿੱਚ ਅੱਗ ਦੇ ਵਿੱਚ ਸੀ ਤੂੰ, ਉੱਥੇ ਵੀ ਜੇ ਤੈਨੂੰ ਉਹਨੇ ਖਾਣ ਪੀਣ ਨੂੰ ਸਭ ਕੁਝ ਦਿੱਤਾ, ਤੇ ਸਤਿਗੁਰੂ ਜੀ ਕਹਿੰਦੇ ਨੇ ਸੋ ਕਿਉਂ ਮਨੋ ਵਸਾਰੀ, ਉਹਨੂੰ ਕਿਉਂ ਭੁਲਾਇਆ ਜਾਏ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਉਹਨੂੰ ਕਿਉਂ ਭੁਲਾਇਆ ਜਾਏ। ਭੁੱਲੀਏ ਵੀ ਕਿੱਦਾਂ, ਦੇਖੋ ਅੱਜ ਸਾਡੇ ਲਈ ਕੋਈ ਚੰਗਾ ਇਨਸਾਨ ਕਰ ਦੇਵੇ ਨਾ, ਮਾੜਾ ਮੋਟਾ ਕੋਈ ਕੰਮ ਕਰ ਦੇਵੇ, ਥੈਂਕ ਯੂ ਥੈਂਕ ਯੂ ਥੈਂਕ ਯੂ ਕਹਿੰਦੇ ਆਪਾਂ ਬਾਰ-ਬਾਰ। ਜਿਹੜਾ ਸਾਨੂੰ ਆਕਸੀਜਨ ਦੇ ਰਿਹਾ, ਜਿਹੜਾ ਸਾਨੂੰ ਕਿਡਨੀਆਂ, ਗੁਰਦੇ, ਜਿਹੜਾ ਸਾਨੂੰ ਹਾਰਟ, ਬ੍ਰੇਨ, ਐਵਰੀਥਿੰਗ, ਜੋ ਪ੍ਰਮਾਤਮਾ ਮਤਲਬ ਕਿ ਇੰਨਾ ਕੁਝ ਦੇ ਰਿਹਾ ਵੀ ਤੇਰੀ ਸੋਚ ਤੋਂ ਪਰੇ ਦੀ ਗੱਲ, ਇੰਨਾ ਕੁਝ ਦੇ ਰਿਹਾ। ਮੈਂ ਹੈਰਾਨ ਹਾਂ, ਮੇਰਾ ਇੱਕ ਦੰਦ ਖਰਾਬ ਹੋ ਗਿਆ ਇੱਥੇ ਅਮਰੀਕਾ ਦੇ ਵਿੱਚ, ਤੇ ਉਹ ਦੰਦ ਜਦੋਂ ਡਾਕਟਰ ਨੇ ਕੱਢਿਆ ਨਾ, ਤੇ ਦੁਬਾਰਾ ਮੈਂ ਉਹਨੂੰ ਕਿਹਾ ਵੀ ਕਿੰਨੇ ਦਾ ਲੱਗਣਾ, ਉਹ ਕਹਿੰਦਾ ਜੀ $1500 ਦਾ ਲੱਗੂਗਾ। ਤੇ ਪਾ ਲਾ ਕੇ ਉਹਨੂੰ ਮਨਾਇਆ ਤੇ $1000 ਤੇ ਆਇਆ ਉਹ। ਫਿਰ ਮੈਂ ਕੈਲਕੂਲੇਟ ਕੀਤਾ ਵੀ ਇੰਡੀਆ ਦੇ ਹਿਸਾਬ ਨਾਲ 70-75 ਹਜ਼ਾਰ ਰੁਪਏ ਦਾ ਲੱਗਿਆ ਇੱਕ ਦੰਦ ਉੱਤੇ। ਦੁੱਖ ਹੋਇਆ ਨਾ, ਤੇ ਰੱਬ ਨੇ ਤਾਂ ਫਰੀ ਦਿੱਤੇ, ਪਰਮਾਤਮਾ ਨੇ ਤਾਂ ਫਰੀ ਦਿੱਤੇ ਨਾ। ਉੱਥੇ $1000 ਦੇਣ ਲੱਗਿਆ ਧੜਕਣ ਤੇਜ਼ ਹੋ ਗਈ, ਪਰ ਇਹ ਤਾਂ ਸਭ ਕੁਝ ਫਰੀ ਹੈ, ਰੱਬ ਨੇ ਦਿੱਤਾ। ਜਿਹਨੇ ਇੰਨਾ ਕੁਛ ਦਿੱਤਾ ਹੋਵੇ ਉਹਦੇ ਲਈ ਸ਼ੁਕਰਾਨਾ ਨਾ ਨਿਕਲੇ। ਅੱਜ ਅੱਖਾਂ 2 ਹੈ, ਇੱਕ ਖਰਾਬ ਹੋ ਜਾਏ ਨਾ, ਕਿੰਨਾ ਪੈਸਾ ਲੱਗਦਾ ਪਤਾ। ਆ ਕਿਡਨੀਆਂ ਰੋਂਦੇ ਆ ਲੋਕ ਜਿਹਨਾਂ ਦੀ ਖਰਾਬ ਹੋ ਜਾਂਦੀਆਂ, ਰੱਬ ਨੇ 2 ਦਿੱਤੀਆਂ। ਉਹ ਭਾਈ ਪਰਮਾਤਮਾ ਨੇ ਇੰਨਾ ਕੁਛ ਦਿੱਤਾ। ਸਾਹਿਬ ਨੇ ਕਿਹਾ, ਕਹਿੰਦੇ ਨੇ ਤੈਨੂੰ ਇੰਨਾ ਕੁਝ ਉਹਨੇ ਦਿੱਤਾ ਕਿ ਤੂੰ ਰਾਤ ਦਿਨ ਸ਼ੁਕਰਾਨਾ ਵੀ ਕਰਦਾ ਰਵੇਂ ਨਾ। ਇਹ ਕਵੇਂ ਪਰਮਾਤਮਾ ਤੇਰਾ ਸ਼ੁਕਰ, ਇੰਨਾ ਕੁਝ ਦਿੱਤਾ ਆਹ ਦੁਨੀਆ ਵੇਖਣ ਦੇ ਲਈ। ਪਰ ਇੱਥੇ ਤਾਂ ਅਕਿਰਤਕੰਤਾ ਹੈ ਬੰਦੇ ਦੇ ਅੰਦਰ। ਇਸ ਲਈ ਪਿਆਰਿਓ, ਆਪਣੀ ਜ਼ੁਬਾਨ ਤੋਂ ਵਾਹਿਗੁਰੂ ਕਹੋ ਵੀ ਤੇਰਾ ਸ਼ੁਕਰ ਹੈ ਪਰਮਾਤਮਾ, ਤੇਰਾ ਸ਼ੁਕਰ ਹੈ, ਤੂੰ ਸਾਨੂੰ ਇਸ ਲਾਇਕ ਬਣਾਇਆ। ਤੇ ਜੇ ਦੁਨੀਆ ਦੇ ਵਿੱਚ ਆ ਕੇ ਕੁਝ ਚੰਗਾ ਕਰਕੇ ਆ ਸਾਨੂੰ ਲੋਕ ਸਲੂਟਾਂ ਕਰਨ, ਸਲਾਮਾਂ ਕਰਨ, ਤੇ ਕਿਆ ਬਾਤ ਹੈ, ਸੋਨੇ ਤੇ ਸੁਹਾਗਾ। ਪਰ ਜੇ ਪੁੱਠੇ ਹੀ ਕੰਮ ਕਰੀ ਜਾਣੇ, ਮਾੜੇ ਕਰੀ ਜਾਣੇ, ਉਹ ਤੇ ਫਿਰ ਗਲਤ ਗੱਲ ਹੈ ਨਾ, ਉਹ ਫਿਰ ਗਲਤ ਹੈ ਨਾ। ਸਾਹਿਬ ਨੇ ਕੀ ਕਿਹਾ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿ ਭੋ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ। ਪਰ ਜਿਹੜਾ ਇਨਸਾਨ ਪਰਮਾਤਮਾ ਦੇ ਪਵਿੱਤਰ ਚਰਨਾਂ ਵਿੱਚ ਜੁੜ ਜਾਂਦਾ, ਸਤਿਗੁਰ ਕਹਿੰਦੇ ਨੇ ਉਸ ਬੰਦੇ ਨੂੰ ਮੋਹ ਆਦਿਕ ਕੁਝ ਵੀ ਪੋਹ ਨਹੀਂ ਸਕਦਾ, ਜਿਸ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਲਾ ਲੈਂਦਾ। ਜਿਹੜਾ ਉਹਦੇ ਚਰਨਾਂ ਵਿੱਚ ਜੁੜ ਜਾਂਦਾ ਨਾ, ਫਿਰ ਉਹ ਮੋਹ ਦੀਆਂ ਤੰਦਾਂ ਤੋਂ ਆਜ਼ਾਦ ਹੋ ਜਾਂਦਾ, ਆਜ਼ਾਦ, ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣ ਜਾਂਦਾ। ਪਰਮਾਤਮਾ ਨੂੰ ਇੰਨਾ ਕੁੱਚਾ ਕਰ ਦਿੰਦਾ ਕਿ ਉਹ ਇਨਸਾਨ ਰੱਬ ਦਾ ਹੀ ਰੂਪ ਹੋ ਜਾਂਦਾ, ਜਿਹੜਾ ਇਨਸਾਨ ਪਰਮਾਤਮਾ ਦੇ ਪਵਿੱਤਰ ਚਰਨਾਂ 'ਚ ਜੁੜ ਜਾਂਦਾ। ਪਰ ਉਹ ਜੁੜਦਾ ਕਿੱਦਾਂ? ਜਦੋਂ ਉਹਦੇ ਅੰਦਰ ਸਮਰਪਣ ਆਉਂਦਾ, ਜਦੋਂ ਉਹਦੇ ਅੰਦਰ ਤਿਆਗ ਦੀ ਭਾਵਨਾ ਆਉਂਦੀ ਹੈ। ਆ ਦੁਨੀਆ ਦੇ ਵਿੱਚ ਜਿਹੜੇ ਆਪਾਂ ਵਿਚਰਦੇ ਨਾ, ਆਪਾਂ ਕਿੰਨੇ ਮਰਗੇ ਰਾਤ ਦਿਨ ਕਰਦੇ ਰਹਿੰਦੇ ਹਾਂ, ਢਿੱਡ ਨਹੀਂ ਭਰਦਾ ਜੀ, ਪੈਸਾ ਬੜਾ ਘੱਟ ਹੈ ਜੀ, ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਇਸ ਚੀਜ਼ ਤੋਂ ਉੱਚਾ ਉੱਠਣਾ ਬੜਾ ਜ਼ਰੂਰੀ ਹੈ। ਜੋ ਮਿਲਦਾ ਹੈ ਉਹਦੇ 'ਚ ਆਨੰਦ ਮਾਣੋ, ਉਹਦੇ 'ਚ ਖੁਸ਼ ਰਹੋ। ਇਹ ਬੜੀ ਵੱਡੀ ਇੱਕ ਘਾਲਣਾ ਹੁੰਦੀ ਹੈ ਲਾਈਫ ਦੀ। ਪਰ ਜਦੋਂ ਇੱਕ ਵੀਕ 'ਚ ਘੱਟ ਬਣ ਗਏ, ਇੱਕ 'ਚ ਜ਼ਿਆਦਾ ਬਣ ਗਏ, ਫਿਰ ਆਪਾਂ ਡਿਸਟਰਬ ਹੋ ਜਾਂਦੇ ਹਾਂ। ਜਦੋਂ ਆਪਾਂ ਡਿਸਟਰਬ ਹੋ ਜਾਂਦੇ ਹਾਂ, ਫਿਰ ਸਾਰੀ ਖੇਡ ਵਿਗੜ ਜਾਂਦੀ ਸਾਰੀ, ਫਿਰ ਵਿਗੜਦੀ ਖੇਡ। ਉੱਥੇ ਇਨਸਾਨ ਜਿਹੜਾ ਨਾ ਤੰਗ ਪਰੇਸ਼ਾਨ ਹੋ ਜਾਂਦਾ। ਗੁਰੂ ਸਾਹਿਬ ਨੇ ਸਾਨੂੰ ਬਰਾਬਰਤਾ ਦਿੱਤੀ ਇਸ ਲਈ ਸੋਚ ਦੀ, ਕਿ ਸੋਚ ਨੂੰ ਬਰਾਬਰ ਰੱਖ। ਜੇ ਘੱਟ ਹੈ ਕੋਈ ਗੱਲ ਨਹੀਂ, ਜੇ ਵੱਧ ਹੈ ਤਾਂ ਵੀ ਕੋਈ ਗੱਲ ਨਹੀਂ, ਜੇ ਆ ਗਿਆ ਤਾਂ ਵੀ ਕੋਈ ਗੱਲ ਨਹੀਂ, ਜੇ ਚਲਾ ਗਿਆ ਤਾਂ ਵੀ ਕੋਈ ਗੱਲ ਨਹੀਂ। ਪਰ ਇਹ ਮਾੜੀ ਮੋਟੀ ਗੱਲ ਨਹੀਂ। ਆਪਾਂ ਤਾਂ ਸਾਰੇ ਖਿਡੌਣਿਆਂ ਦੇ ਪਿੱਛੇ ਭੱਜੇ ਫਿਰਦੇ। ਜੇ ਬੱਚਾ ਖਿਡੌਣੇ ਨੂੰ ਰੋਂਦਾ ਨਾ, ਜੇ ਕੱਲ੍ਹ ਲੈ ਕੇ ਦਿੱਤਾ ਤਾਂ ਖੁਸ਼, ਜੇ ਅੱਜ ਨਹੀਂ ਲੈ ਕੇ ਦਿੱਤਾ ਰੋਣ ਲੱਗ ਪਿਆ। ਇੱਥੇ ਸਾਡੀ ਹਾਲਤ ਹੈ। ਆਪਾਂ ਰੋਂਦੇ ਹਾਂ ਐਵਰੀ ਟਾਈਮ, ਪਰ ਆਪਾਂ ਦੌੜ ਖਿਡੌਣਿਆਂ ਦੇ ਪਿੱਛੇ ਰਹੇ ਹਾਂ। ਜੇ ਸੱਚਾਈ ਵੇਖੀ ਜਾਏ, ਆਪਾਂ ਦੌੜ ਖਿਡੌਣਿਆਂ ਪਿੱਛੇ ਰਹੇ ਹਾਂ, ਟੋਏ ਉਹਨਾਂ ਪਿੱਛੇ ਦੌੜ ਰਹੇ। ਸਾਡੀ ਆਪਾਂ ਰਨ ਕਰ ਰਹੇ ਹਾਂ, ਰਾਤ ਦਿਨ ਲੱਗੇ ਹੋਏ। ਪਰ ਗੁਰੂ ਸਾਹਿਬ ਨੇ ਕੀ ਕਿਹਾ? ਕਹਿੰਦੇ ਨੇ ਆਪਣੀ ਲਿਵ ਨੂੰ ਪਰਮਾਤਮਾ ਦੇ ਚਰਨਾਂ 'ਚ ਜੋੜ। ਜਦੋਂ ਤੇਰੀ ਲਿਵ ਪਰਮਾਤਮਾ ਦੇ ਚਰਨਾਂ 'ਚ ਜੁੜ ਗਈ, ਤੇਰਾ ਲੈਵਲ ਆਪਣੇ ਆਪ ਉੱਚਾ ਹੋ ਜਾਣਾ। ਲਿਵ ਦਾ ਜੁੜਨਾ ਇੱਕ ਬੜੀ ਵੱਡੀ ਗੱਲ ਹੈ। ਜਦੋਂ ਜੁੜ ਜਾਂਦੀ ਹੈ, ਫਿਰ ਬੰਦੇ ਦਾ ਲੈਵਲ ਅਪ ਹੋ ਜਾਂਦਾ, ਉੱਚਾ ਹੋ ਜਾਂਦਾ।
ਤੇ ਉੱਥੇ ਫਿਰ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਰਹਿੰਦੀ। ਹੁਣ ਮੈਂ ਇੱਕ ਚੀਜ਼ ਵੱਲ ਆਉਣ ਲੱਗਾ, ਧਿਆਨ ਨਾਲ ਸੁਣਿਓ। ਸਿੱਖ ਧਰਮ ਦੇ ਵਿੱਚ ਵਹਿਮ ਭਰਮ ਪਖੰਡ ਤੇ ਕਰਮਕਾਂਡਾਂ ਨੂੰ ਕੋਈ ਜਗ੍ਹਾ ਨਹੀਂ ਹੈ। ਪਰ ਸਾਡੀ ਕੌਮ ਦੇ ਵਿੱਚ ਇੱਕ ਚੀਜ਼ ਪੈਦਾ ਹੋ ਗਈ, ਬ੍ਰਾਹਮਣਵਾਦੀ ਸੋਚ। ਜਿਵੇਂ ਹਿੰਦੂ ਧਰਮ ਦੇ ਵਿੱਚ ਵੱਖ-ਵੱਖ ਮੰਤਰਾਂ ਨੂੰ ਜਪ ਕੇ ਉਹਨਾਂ ਤੋਂ ਰਿੱਧੀਆਂ ਸਿੱਧੀਆਂ ਪੁੱਤਰ ਤੇ ਧਨ ਦੌਲਤ, ਕਿਸੇ ਦਾ ਚੰਗਾ ਭਲਾ ਕਰਨ ਦੀ ਸ਼ਕਤੀ ਪ੍ਰਾਪਤ ਕਰਨ ਦੀ ਵਿਧੀ ਵਿਧਾਨ ਹੈ ਨਾ, ਐਨ ਇਸੇ ਤਰ੍ਹਾਂ ਸਾਡੇ ਅੰਦਰ ਵੀ ਆ ਗਿਆ। ਕੁਝ ਚੀਜ਼ਾਂ ਪੈਦਾ ਹੋ ਗਈਆਂ। ਅੱਜ ਮੈਂ ਟਿਕਟੌਕ ਸਿਰੇ ਖੋਲ੍ਹਿਆ ਤੇ ਮੇਰੇ ਨਾ ਸਾਹਮਣੇ ਇੱਕ ਬੀਬੀ ਦੀ ਵੀਡੀਓ ਆ ਗਈ। ਉਹਨੇ ਤਿਲਕ ਲਾਇਆ ਸੀ ਮੱਥੇ ਉੱਤੇ, ਤੇ ਆਈ ਹੋਪ ਕਿ ਉਹ ਹਿੰਦੂ ਧਰਮ ਨਾਲ ਸੰਬੰਧਿਤ ਕੋਈ ਪ੍ਰਚਾਰਕ ਸੀ। ਤੇ ਉਹਨੇ ਉਹ ਵੀਡੀਓ ਦੇ ਵਿੱਚ ਉਹ ਇਹ ਕਹਿ ਰਹੀ ਹੈ ਕਿ ਮੈਂ ਤੁਹਾਨੂੰ ਮੰਤਰ ਦੱਸਦੀ ਹਾਂ, ਉਹ ਮੰਤਰ ਜਿਹੜਾ ਨਾ ਜਦੋਂ ਉਹ ਜਪਣਾ ਤੇ ਮੂੰਹ ਦੇ ਵਿੱਚ ਇੱਕ ਲੌਂਗ ਰੱਖ ਲਿਓ, ਬਾਅਦ 'ਚੋਂ ਲੌਂਗ ਨੂੰ ਕੱਢ ਲੈਣਾ ਵਗੈਰਾ ਵਗੈਰਾ। ਉਹਨੇ ਤਰੀਕੇ ਦੱਸੇ ਲੌਂਗ ਨੂੰ ਕੱਢ ਕੇ ਕਿੱਥੇ ਕਿੱਥੇ ਰੱਖਣਾ, ਪਾਣੀ ਦੀ ਟੈਂਕੀ ਟੂੰਕੀ ਤੇ। ਉਹਦੇ ਨਾਲ ਕੀ ਹੋਊਗਾ, ਉਹ ਮੰਤਰ, ਮੈਂ ਦੇਖੋ ਡਿਸਰਿਸਪੈਕਟ ਨਹੀਂ ਕਰਦਾ, ਨਾ ਮੈਨੂੰ ਮੰਤਰ ਆਉਂਦਾ, ਮੈਂ ਸੁਣਿਆ ਜ਼ਰੂਰ, ਯਾਦ ਨਹੀਂ ਮੈਨੂੰ। ਉਹ ਮੰਤਰ ਨੂੰ ਜੇਕਰ ਕੋਈ ਔਰਤ ਪੜ੍ਹੇਗੀ ਤਾਂ ਉਹਨੂੰ ਉਹਦਾ ਕੋਈ ਪਿਆਰ ਕਰਨ ਵਾਲਾ ਜਿਹੜਾ ਨਾ, ਜੋ ਤੋਂ ਦੂਰ ਜਾ ਰਿਹਾ ਤੇ ਉਹ ਨੇੜੇ ਆ ਜਾਏਗਾ, ਉਹਦਾ ਪਤੀ। ਜੇ ਪਤੀ ਪੜ੍ਹੇਗਾ ਤੇ ਪਤਨੀ ਨੇੜੇ ਆ ਜਾਏਗੀ। ਉਹ ਵਸ਼ੀਕਰਨ ਦਾ ਮੰਤਰ ਹੈ। ਜੇਕਰ ਤੁਸੀਂ ਕਿਸੇ ਨੂੰ ਵਸ ਵਿੱਚ ਕਰਨਾ ਚਾਹੁੰਦੇ ਹੋ, ਉਹ ਪੜ੍ਹੋ ਤੇ ਅਗਲਾ ਤੁਹਾਡੇ ਵਸ ਵਿੱਚ ਹੋ ਜਾਏਗਾ। ਜੇ ਤੁਸੀਂ ਮੈਨੂੰ ਪੁੱਛੋ ਤੇ ਮੈਂ ਕਹਾਂਗਾ ਫਾਲਤੂ ਗੱਲਾਂ, ਫਾਲਤੂ। ਆਪਣੇ ਰਿਸ਼ਤੇ ਵਧੀਆ ਬਣਾਓ, ਪਿਆਰ ਮੁਹੱਬਤ ਰੱਖੋ, ਸਮਤੋਲ ਰੱਖੋ ਘਰਾਂ ਦੇ ਵਿੱਚ, ਰਿਸ਼ਤੇ ਆਪੇ ਗੁੱਡ ਰਹਿੰਦੇ ਆ। ਤੇ ਆਹ ਜਿਹੜੇ ਤੁਸੀਂ ਕੰਮ ਹੈ ਇਹਨਾਂ ਦੇ ਨਾਲ, ਇਹ ਪਖੰਡ ਕਰ ਰਹੇ ਆ ਲੋਕ, ਤੁਹਾਨੂੰ ਠੱਗਣ ਵਾਲੀ ਗੱਲ ਹੈ। ਇਹ ਸਭ ਫਾਲਤੂ ਗੱਲਾਂ ਨੇ, ਕੁਝ ਨਹੀਂ ਇਹਨਾਂ ਚੋਂ ਨਿਕਲਣ ਲੱਗਾ। ਹੁਣ ਜਿੱਥੇ ਮੈਂ ਆਉਣ ਲੱਗਾ, ਕੁਝ ਸਾਡੇ ਕਹੇ ਜਾਣ ਵਾਲੇ ਸੰਤਾਂ ਮਹਾਂਪੁਰਸ਼ਾਂ, ਕਹੇ ਜਾਣ ਵਾਲੇ ਬਾਬਿਆਂ ਤੇ ਸਾਧਾਂ ਤੇ ਕਹੇ ਜਾਣ ਵਾਲੇ ਗਾਂ ਦੀ ਗਾਂ ਕੁਝ ਪ੍ਰੈਸ ਜਿਹੜੇ ਪ੍ਰਿੰਟਿੰਗ ਮਸ਼ੀਨਾਂ ਸੀ, ਉਹਨਾਂ ਦੇ ਮਾਲਕਾਂ ਦੀ ਕਿਰਪਾ ਨਾਲ ਇੱਕ ਗੁਟਕਾ ਨਵਾਂ ਤਿਆਰ ਹੋਇਆ। ਕਿਹੜਾ? ਦੁੱਖ ਭੰਜਨੀ ਸਾਹਿਬ। ਹੁਣ ਇੱਥੇ ਪ੍ਰੋਬਲਮ ਕੀ ਖੜੀ ਹੁੰਦੀ ਕਿ ਬਹੁਤ ਵਾਰ ਜਿਹੜੀਆਂ ਸੰਗਤਾਂ ਨੇ ਉਸ ਇਹ ਕਹਿ ਦਿੰਦੀਆਂ ਕਿ ਦੁੱਖ ਭੰਜਨੀ ਸਾਹਿਬ ਦਾ ਪਾਠ ਕਰਨਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਭੰਜਨੀ ਸਾਹਿਬ ਦਾ ਪਾਠ ਹੈ ਹੀ ਨਹੀਂ ਕਿਤੇ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਦੁੱਖ ਭੰਜਨੀ ਸਾਹਿਬ ਦਾ ਪਾਠ ਹੈ, ਦੱਸੋ? ਗੁਰੂ ਨਾਨਕ ਸਾਹਿਬ ਦਾ ਘਰ ਦੁੱਖਾਂ ਤੋਂ ਡਰਨਾ ਸਿਖਾਉਂਦਾ ਨਹੀਂ ਹੈ, ਦੁੱਖਾਂ ਨਾਲ ਮੁਕਾਬਲਾ ਕਰਨਾ ਸਿਖਾਉਂਦਾ। ਪਰ ਇੱਥੇ ਪ੍ਰੋਬਲਮ ਇਹ ਹੋ ਗਈ, ਦੁੱਖਾਂ ਤੋਂ ਡਰਨ ਦੇ ਲਈ ਆਪਾਂ ਸ਼ਬਦ ਪੜ੍ਹਦੇ ਹਾਂ, ਮੁਕਾਬਲਾ ਤਾਂ ਕੀ ਕਰਨਾ, ਡਰ ਰਹੇ ਉਹਨਾਂ ਤੋਂ। ਦੁੱਖ ਭੰਜਨੀ ਸਾਹਿਬ ਦਾ ਜਿਹੜੇ ਪਾਠ ਕਰਦੇ, ਧਿਆਨ ਨਾਲ ਸੁਣ ਲਿਓ, ਉਹਨਾਂ ਦੀ ਸ਼ੁਰੂਆਤ ਦੇ ਵਿੱਚ ਵੀ ਬਹੁਤ ਗੁਟਕਾ ਸਾਹਿਬ ਜੋ ਪੜ੍ਹਦੇ ਉਹ ਤੋਂ ਪਹਿਲਾਂ ਵੀ ਭੂਮਿਕਾ ਬੜੀ ਵੱਡੀ ਬੰਨੀ ਜਾਂਦੀ ਹੈ ਕਿ ਆਹ ਸ਼ਬਦ ਪੜ੍ਹੋਗੇ ਆਹ ਹੋਏਗਾ, ਆਹ ਪੜ੍ਹੋਗੇ ਆਹ ਹੋਏਗਾ, ਆਹ ਪੜ੍ਹੋਗੇ ਆਹ ਹੋਏਗਾ। ਗੁਰੂ ਪਿਆਰਿਓ, ਗੁਰਬਾਣੀ ਨੂੰ ਇਸ ਤਰੀਕੇ ਨਾਲ ਮਤ ਪੜ੍ਹੋ ਕਿ ਤੁਸੀਂ ਉਹਦੇ ਨਾਲ ਬਿਜ਼ਨਸ ਦੀ ਡੀਲ ਕਰ ਰਹੇ ਹੋ। ਫਿਰ ਕਹਿ ਦੇਵਾਂ, ਗੁਰਬਾਣੀ ਨੂੰ ਇਸ ਤਰੀਕੇ ਨਾਲ ਮਤ ਪੜ੍ਹੋ, ਨਾ ਪੜ੍ਹੋ ਕਿ ਤੁਸੀਂ ਗੁਰੂ ਨਾਲ ਬਿਜ਼ਨਸ ਡੀਲ ਕਰ ਰਹੇ ਹੋ। ਗੁਰਬਾਣੀ ਨੂੰ ਇਸ ਢੰਗ ਨਾਲ ਪੜ੍ਹੋ ਕਿ ਆਪਾਂ ਭੋਜਨ ਦੀ, ਰੋਟੀ ਪਾਣੀ ਦੀ ਜਿਹੜੀ ਥਾਲੀ ਹੱਥ 'ਚ ਫੜੀ ਹੈ ਤੇ ਆਪਾਂ ਖਾ ਰਹੇ ਹਾਂ। ਗੁਰਬਾਣੀ ਨੂੰ ਇੱਦਾਂ ਪੜ੍ਹੋ ਕਿ ਆਪਾਂ ਭੋਜਨ ਛਕ ਰਹੇ ਹਾਂ। ਗੁਰਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਅਸੀਂ ਮਨ ਦੀ ਭੁੱਖ ਖਤਮ ਕਰ ਰਹੇ ਹਾਂ, ਆਤਮਾ ਦੀ ਪਿਆਸ ਖਤਮ ਕਰ ਰਹੇ ਹਾਂ, ਰੂਹ ਦੀ ਖੁਰਾਕ ਖਾ ਰਹੇ ਹਾਂ। ਗੁਰਬਾਣੀ ਨੂੰ ਇਸ ਢੰਗ ਨਾਲ ਨਾ ਪੜ੍ਹੋ ਕਿ ਕਿਸੇ ਨੂੰ ਵਸ ਵਿੱਚ ਕਰਨਾ, ਦੁੱਖ ਦੂਰ ਕਰਨਾ, ਘਰ 'ਚ ਦੌਲਤ ਲਿਆਉਣੀ ਹੈ, ਇਸ ਢੰਗ ਨਾਲ ਨਾ ਪੜ੍ਹੋ। ਇਹ ਵਹਿਮ ਹੈ, ਗੁਰੂ ਹੈ ਹੀ ਇਹਨਾਂ ਦੇ ਖਿਲਾਫ ਹੈ। ਤੇ ਜਿਹੜਾ ਗੁਰੂ ਇਹਨਾਂ ਦੇ ਖਿਲਾਫ ਹੈ, ਉਹਦੇ ਸ਼ਬਦਾਂ ਨੂੰ ਤੁਸੀਂ ਉਹਦੇ ਤੋਂ ਉਲਟ ਜਾ ਕੇ ਉਸ ਢੰਗ ਨਾਲ ਪੜ੍ਹ ਕੇ ਕੁਝ ਵਸ ਵਿੱਚ ਕਰਨ ਦੀ ਕੋਸ਼ਿਸ਼ ਕਰੋਗੇ, ਗੁਰੂ ਕੁਝ ਨਹੀਂ ਦੇਗਾ। ਇਹ ਯਾਦ ਰੱਖਿਓ। ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦਾ ਵਿਰੋਧ ਹੀ ਕੀਤਾ, ਇਹਨਾਂ ਦੇ ਹੱਕ ਦੇ ਵਿੱਚ ਨਹੀਂ ਸਨ। ਗੁਰਬਾਣੀ ਤੁਹਾਡੀ ਲਾਈਫ ਦਾ ਲੈਵਲ ਉੱਚਾ ਚੁੱਕਦੀ ਹੈ, ਤੁਹਾਡੀ ਰੂਹ ਦੀ ਖੁਰਾਕ ਹੈ, ਤੁਹਾਨੂੰ ਰੱਬ ਨਾਲ ਤੁਹਾਡਾ ਰਿਸ਼ਤਾ ਕਾਇਮ ਕਰਦੀ ਹੈ, ਤੁਹਾਨੂੰ ਰੂਹ ਦਾ ਸਕੂਨ ਦਿੰਦੀ ਹੈ, ਆਤਮਿਕ ਆਨੰਦ ਦਿੰਦੀ ਹੈ, ਤੁਹਾਨੂੰ ਅੰਦਰੋਂ ਤਾਕਤਵਰ ਬਣਾਉਂਦੀ ਹੈ, ਤੁਹਾਨੂੰ ਡਿੱਗਣ ਨਹੀਂ ਲਾਈਫ ਵਿੱਚ ਦਿੰਦੀ, ਤੁਹਾਡਾ ਜੀਵਨ ਬੜਾ ਉੱਚਾ ਸੁੱਚਾ ਕਰਦੀ ਹੈ। ਪਰ ਕਮਾਲ ਹੈ ਕਿ ਸਾਡੀ ਕੌਮ ਦੇ ਵਿੱਚ ਵੀ ਦੁੱਖ ਭੰਜਨੀ ਸਾਹਿਬ ਗੁਟਕੇ ਬਣਾ ਦਿੱਤੇ ਗਏ। ਕਈ ਵਾਰ ਮੈਨੂੰ ਮੈਸੇਜ ਆਉਂਦੇ ਨੇ, ਭਾਈ ਸਾਹਿਬ ਦੁੱਖ ਭੰਜਨੀ ਸਾਹਿਬ ਦੀ ਕਥਾ ਕਰੋ, ਭਾਈ ਸਾਹਿਬ ਜੀ ਤੁਸੀਂ ਦੁੱਖ ਭੰਜਨੀ ਸਾਹਿਬ ਦਾ ਪਾਠ ਆਪਣੀ ਆਵਾਜ਼ ਵਿੱਚ ਕਰੋ। ਉਹ ਵੀਰੋ, ਮੈਂ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਚੁੱਕਾ, ਸਭ ਕੁਛ ਉਹਦੇ ਵਿੱਚ ਹੀ ਆਉਂਦਾ। ਵਿਸ਼ੇਸ਼ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਭੰਜਨੀ ਹੈ ਹੀ ਨਹੀਂ। ਇਹਦਾ ਜਵਾਬ ਮੈਂ ਤੁਹਾਨੂੰ ਦੇਣ ਲੱਗਾ।
ਇਹ ਵਹਿਮਾਂ 'ਚ ਸਾਨੂੰ ਪਾਇਆ ਗਿਆ, ਗੁਰਬਾਣੀ ਨੂੰ ਵਹਿਮਾਂ ਦੇ ਥਰੂ ਪੜ੍ਹੀ ਜਾ ਰਹੇ ਆਪਾਂ ਦੇਹ ਧਰੀ ਦੀ। ਇਹ ਗਲਤ ਹੈ। ਸੋ ਜਿਹੜੇ ਪੜ੍ਹਦੇ ਹੈ ਉਹਨਾਂ ਨੂੰ ਇਹ ਮੇਰੀ ਬੇਨਤੀ ਧਿਆਨ ਨਾਲ ਸੁਣ ਲਿਓ। ਗੁਰਬਾਣੀ ਉੱਚਾ ਚੁੱਕੇਗੀ ਸਾਨੂੰ ਤਦ ਜੇ ਆਪਾਂ ਗੁਰਬਾਣੀ ਨੂੰ ਉੱਚੀ ਸੋਚ ਰੱਖ ਕੇ ਪੜਾਂਗੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਪ੍ਰਭੂ ਪਰਮਾਤਮਾ ਆਪ ਹੀ ਆਪਣੀ ਪ੍ਰੀਤ ਦੀ ਦਾਤ ਗੁਰੂ ਦੇ ਰਾਹੀਂ ਦਿੰਦਾ ਹੈ। ਫਿਰ ਕੀ ਹੁੰਦਾ ਜੀ? ਗੁਰਮੁਖ ਸਦਾ ਸੰਭਾਲੀਏ। ਤੇ ਸਤਿਗੁਰੂ ਕਹਿੰਦੇ ਨੇ, ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਉਸ ਨੂੰ ਸਿਮਰਦੇ ਰਹਿਣ ਨਾਲ ਸਾਡਾ ਜੀਵਨ ਸੁਹੇਲਾ ਤੇ ਉੱਚਾ ਹੋ ਜਾਂਦਾ ਹੈ। ਕਹਿ ਨਾਨਕ ਕੇਵੜ ਦਾਤਾ ਸੋ ਕਿਉਂ ਮਨੋਂ ਵਸਾਰੀਆ। ਐਡਾ ਵੱਡਾ ਦਾਤਾ ਜਿਹੜਾ, ਉਹਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿਉਂ ਮਨੋਂ ਵਸਾਰਿਆ ਜਾਏ, ਜਿਨਨੇ ਸਾਨੂੰ ਹਮੇਸ਼ਾ ਬਚਾ ਕੇ ਰੱਖਿਆ, ਸਾਡੀ ਰੱਖਿਆ ਕੀਤੀ, ਸਾਡਾ ਅੰਦਰ ਬਾਹਰ ਸਾਂਭਿਆ। ਸੋ ਗੁਰਮੁਖ ਪਿਆਰਿਓ, ਆਓ ਗੁਰਬਾਣੀ ਦੇ ਲੜ ਲੱਗੀਏ, ਗੁਰਬਾਣੀ ਨੂੰ ਸਮਝੀਏ ਤੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਉੱਚਾ ਚੁੱਕ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਸੁਖੀ ਬਣਾਈਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।